सब्सक्राइब कीजिए सर्व साझा दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी। जरा समझना सारिਆਂ ਨੇ। ਇਸ ਲਈ ਇੱਕ ਇੱਥੇ ਉਪਾਅ ਦੱਸਾਂਗੇ ਤੁਹਾਨੂੰ, ਜੇ ਕਰਨ ਨੂੰ ਤਿਆਰ ਹੋ ਤੁਸੀਂ ਕਰੋਗੇ ਕਿ ਨਹੀਂ, ਕਿ ਇਹ ਚਿੰਤਾ ਰੂਪੀ ਨਾਗਣੀ ਨੂੰ ਪਿਟਾਰੇ 'ਚ ਬੰਦ ਕਰਨ ਦਾ ਉਪਾਅ ਹੈ। ਇਹਦੀ ਸ਼ੁਰੂਆਤ ਕਿੱਦਾਂ ਕਰਨੀ ਹੈ ਕਿ ਤੁਸੀਂ ਉਪਵਾਸ ਬਾਰੇ ਸੁਣਿਆ ਹੈ, ਵਰਤ ਰੱਖਣ ਬਾਰੇ। ਬੰਦਾ ਕਹਿੰਦਾ ਮੈਂ ਵਰਤ ਰੱਖਿਆ ਹੈ, ਭੋਜਨ ਨਹੀਂ ਕਰਨਾ, ਪਾਣੀ ਨਹੀਂ ਪੀਣਾ, ਮੈਂ ਉਪਵਾਸ ਰੱਖਿਆ ਹੈ, ਮੈਂ ਰੋਜ਼ਾ ਰੱਖਿਆ ਹੈ, ਕੁਝ ਖਾਣਾ ਪੀਣਾ ਨਹੀਂ ਹੈ। ਅਸੀਂ ਕਹਾਂਗੇ 24 ਘੰਟਿਆਂ 'ਚ ਕਮ ਸੇ ਕਮ 1.5-2 ਘੰਟੇ ਚਿੰਤਾ ਦਾ ਉਪਵਾਸ ਰੱਖੋ, ਚਿੰਤਾ ਦਾ ਵਰਤ ਰੱਖੋ। ਟਾਈਮ ਤੁਸੀਂ ਫਿਕਸ ਕਰਨਾ ਹੈ ਕਿ ਸਵੇਰ ਦੇ 9 ਤੋਂ 11, ਚਲੋ 2 ਘੰਟੇ ਪਹਿਲਾਂ ਜ਼ਿਆਦਾ, 1 ਘੰਟਾ ਹੀ ਕਰ ਲਈਏ, 9 ਤੋਂ 10, 10 ਤੋਂ 11, 11 ਤੋਂ 12, ਇੱਕ ਟਾਈਮ ਰੱਖੋ। ਔਰ ਫਿਰ ਸੋਚੋ ਇਸ 1 ਘੰਟੇ ਵਿੱਚ ਕੁਝ ਵੀ ਹੋ ਜਾਵੇ ਮੈਂ ਕੋਈ ਚਿੰਤਾ ਨਹੀਂ ਕਰਨੀ। ਕੋਈ ਆ ਕੇ ਕਵੇ ਉਹ ਤੇਰੇ ਸਕੂਟਰ ਨੂੰ ਝੀਟਾਂ ਮਾਰਦੀਆਂ, ਕੋਈ ਨਹੀਂ ਯਾਰ ਵੱਜ ਗਈਆਂ, ਫਿਰ ਕੀ ਹੈ, ਆ 1 ਘੰਟਾ ਮੈਂ ਕੋਈ ਟੈਨਸ਼ਨ ਨਹੀਂ ਲੈਣੀ। ਉਹ ਤੇਰਾ ਫਲਾਨਾ ਨੁਕਸਾਨ ਹੋ ਗਿਆ, ਕੋਈ ਨਹੀਂ 1 ਘੰਟਾ ਬਾਅਦ 'ਚ ਸੋਚਾਂਗੇ, ਹੁਣ ਮੈਂ ਆਨੰਦ ਵਿੱਚ ਹੈ ਕਿਉਂਕਿ ਮੈਂ ਚਿੰਤਾ ਦਾ ਉਪਵਾਸ ਰੱਖਿਆ ਹੋਇਆ ਹੈ। ਜਿੱਦਾਂ ਬੰਦਾ ਕਹਿੰਦਾ ਨਾ ਭੁੱਖ ਬੜੀ ਲੱਗੀ ਹੈ ਪਰ ਪਾਣੀ ਨਹੀਂ ਪੀਣਾ ਕਿਉਂਕਿ ਮੈਂ ਉਪਵਾਸ ਵਰਤ ਰੱਖਿਆ ਹੋਇਆ। ਭਾਈ ਵਰਤ ਖੋਲਣ ਤੋਂ ਬਾਅਦ ਹੀ ਪਾਣੀ ਪੀਣਾ ਹੈ, ਵਰਤ ਖੋਲਣ ਤੋਂ ਬਾਅਦ ਹੀ ਖਾਣਾ ਖਾਣਾ ਹੈ। ਇੱਦਾਂ ਹੀ ਤੁਸੀਂ ਵੀ 24 ਘੰਟਿਆਂ 'ਚ 1 ਘੰਟਾ ਐਸਾ ਬਣਾਓ ਸ਼ੁਰੂਆਤ ਵਿੱਚ ਕਿ ਇਸ 1 ਘੰਟੇ 'ਚ ਕੁਝ ਵੀ ਹੋ ਜਾਵੇ, ਜਿੰਨੀ ਮਰਜ਼ੀ ਟੈਨਸ਼ਨ ਦੀ ਗੱਲ ਹੋਵੇ, ਪਤਨੀ ਕੁਝ ਬੋਲੇ, ਪਤੀ ਕੁਝ ਬੋਲੇ, ਬੱਚੇ ਕੁਝ ਵੀ ਕਰਨ, ਕੋਈ ਗੱਲ ਨਹੀਂ 1 ਘੰਟੇ ਬਾਅਦ ਦੇਖਾਂਗੇ। ਫਰਜ਼ ਕਰੋ ਪਤਨੀ ਨੇ ਰੱਖਿਆ ਵਰਤ, ਪਤੀ ਆਵੇ ਤੂੰ ਆਹ ਕੰਮ ਨਹੀਂ ਇੱਦਾਂ ਕੀਤਾ, ਬੋਲ ਲਓ ਜੀ ਬੋਲ ਲਓ, 1 ਘੰਟੇ ਬਾਅਦ 'ਚ ਮੈਂ ਦੱਸੂ। ਹਾਲੇ ਮੈਂ ਟੈਨਸ਼ਨ ਫਰੀ ਹਾਂ ਕਿਉਂਕਿ ਮੈਂ ਉਪਵਾਸ ਰੱਖਿਆ ਹੋਇਆ ਹੈ। ਜਰਾ ਸੋਚੋ, ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ। ਅਗਰ 1 ਘੰਟਾ ਤੁਸੀਂ ਚਿੰਤਾ ਦਾ ਉਪਵਾਸ ਰੱਖਣਾ ਸਿੱਖ ਗਏ ਤਾਂ ਇਹ 1 ਘੰਟੇ ਨੂੰ ਫਿਰ 2 'ਚ ਬਦਲੋ, ਫਿਰ 2 ਨੂੰ 4 'ਚ ਬਦਲੋ, ਔਰ ਜੇ 4 ਹੋ ਸਕਦੇ ਹੈ ਫਿਰ 6 ਵੀ ਹੋ ਸਕਦੇ ਹੈ, 6 ਹੋ ਸਕਦੇ ਆ ਤਾਂ 12 ਵੀ ਹੋ ਸਕਦੇ ਹੈ, 12 ਹੋ ਸਕਦੇ ਆ ਤਾਂ 24 ਵੀ ਹੋ ਸਕਦੇ ਹੈ, ਜੇ 24 ਹੋ ਸਕਦੇ ਹੈ ਤਾਂ ਪੂਰੀ ਜ਼ਿੰਦਗੀ ਵੀ ਹੋ ਸਕਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹਦਾ ਫਾਇਦਾ ਕਿਹਨੂੰ ਹੋਣਾ ਹੈ? ਜ਼ਰਾ ਸੋਚੋ, ਇਹ ਚਿੰਤਾ ਰੂਪੀ ਨਾਗਣੀ ਨੂੰ ਪਟਾਰੇ 'ਚ ਬੰਦ ਕਰਨ ਦਾ ਫਾਇਦਾ ਕਿਹਨੂੰ ਹੋਣਾ ਹੈ? ਜਿਹੜਾ ਇਸ ਨੂੰ ਬੰਦ ਕਰ ਦੇਗਾ ਫਾਇਦਾ ਉਹਨੂੰ ਹੋਣਾ ਹੈ। ਨਹੀਂ ਤਾਂ ਅੱਜ ਤੁਸੀਂ ਸਿਰਫ ਨੈਟ ਤੇ ਜਾ ਕੇ ਸਰਚ ਕਰੋ ਕਿ ਚਿੰਤਾ ਕਰਨ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਹੈ, ਤੁਹਾਡੇ ਮੂਹਰੇ ਸਾਰੀ ਲਿਸਟ ਆ ਜਾਣੀ ਹੈ ਕਿ ਚਿੰਤਾ ਕਰਨ ਦੇ ਨਾਲ ਆਹ ਰੋਗ ਲੱਗਦੇ ਆ। ਉਹਦੇ 'ਚ ਹਾਰਟ ਦੇ ਵੀ ਹੋਣਗੇ, ਉਹ 'ਚ ਸ਼ੂਗਰ ਦੇ ਵੀ ਹੋਣਗੇ, ਉਹ 'ਚ ਜੋੜਾਂ ਦੇ ਵੀ ਹੋਣਗੇ, ਥਾਇਰਾਇਡ ਦੇ ਵੀ ਹੋਣਗੇ, ਕਈ ਰੋਗ ਉਹਦੇ 'ਚ ਆ ਜਾਣਗੇ। ਕਿ ਇੱਕ ਟੈਨਸ਼ਨ ਰੂਪੀ ਨਾਗਿਨ ਜਦੋਂ ਸਾਡੇ ਅੰਦਰ ਜਾਂਦੀ ਹੈ ਤਾਂ ਸਾਡੇ ਅੰਦਰ ਐਸਾ ਜ਼ਹਿਰ ਛੱਡਦੀ ਹੈ ਕਿ ਸਾਡੇ ਤੰਦਰੁਸਤ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹੈ। ਇਸੇ ਲਈ ਤਾਂ ਵਿਗਿਆਨ ਵੀ ਦੱਸਦਾ ਹੈ, ਸਾਇੰਸ ਵੀ ਦੱਸਦੀ ਹੈ ਕਿ ਜਦੋਂ ਇਨਸਾਨ ਜ਼ਿਆਦਾ ਚਿੰਤਾ ਕਰਦਾ ਹੈ ਤਾਂ ਉਹਦੇ ਅੰਦਰ ਇੱਕ ਕੈਮੀਕਲ ਹੈ ਜਿਹਦਾ ਨਾਮ ਹੈ ਐਂਡਰਲਿਨ। ਜਰਾ ਗੌਰ ਕਰਨਾ, ਐਂਡਰਲਿਨ, ਔਰ ਦੂਸਰਾ ਹੈ ਕੋਰਟੀਸੋਲ। ਉਹ ਕਹਿੰਦੇ ਇਹ 2 ਕੈਮੀਕਲ ਐਸੇ ਹੈ ਕਿ ਜਦੋਂ ਇਨਸਾਨ ਜ਼ਿਆਦਾ ਟੈਨਸ਼ਨ ਲੈਂਦਾ ਹੈ ਤਾਂ ਸਾਡਾ ਬ੍ਰੇਨ, ਸਾਡੇ ਅੰਦਰ ਦੀਆਂ ਗ੍ਰੰਥੀਆਂ ਇਹ ਕੈਮੀਕਲ ਛੱਡਦੀਆਂ ਹੈ ਜਿਹਦਾ ਸਾਡੇ ਸਰੀਰ ਤੇ ਬੜਾ ਦੁਸ਼ਪ੍ਰਭਾਵ ਪੈਂਦਾ ਹੈ, ਬੁਰਾ ਪ੍ਰਭਾਵ ਪੈਂਦਾ ਹੈ। ਹੁਣ ਅਸੀਂ ਤੁਹਾਨੂੰ ਇੱਕ ਗੱਲ ਕਹਾਂਗੇ ਕਿ ਕਈ ਵਾਰਾਂ ਤੁਸੀਂ ਦੇਖਦੇ ਹੋ ਕਿ ਹਾਲੇ ਗੱਲ ਹੋਈ ਵੀ ਨਹੀਂ ਹੁੰਦੀ ਪਰ ਅਸੀਂ ਸੋਚ ਕੇ ਚਿੰਤਾ ਪਹਿਲੇ ਹੀ ਕਰਨੀ ਸ਼ੁਰੂ ਕਰ ਦਿੰਦੇ। ਜਿੱਦਾਂ ਬੱਚੇ ਦਾ ਹਾਲੇ ਰਿਜ਼ਲਟ ਆਇਆ ਨਹੀਂ ਹੁੰਦਾ, ਬੱਚਾ ਪਹਿਲੇ ਚਿੰਤਾ ਕਰੀ ਜਾਂਦਾ ਹੈ। ਇਨਸਾਨ ਨੇ ਹਾਲੇ ਕੰਮ ਸ਼ੁਰੂ ਵੀ ਨਹੀਂ ਕੀਤਾ ਹੁੰਦਾ ਪਰ ਬੰਦਾ ਪਹਿਲੇ ਹੀ ਟੈਨਸ਼ਨ ਲੈ ਲੈਂਦਾ, ਹਾਏ ਪਤਾ ਨਹੀਂ ਮੇਰਾ ਕੰਮ ਚੱਲਣਾ ਹੈ ਜਾਂ ਨਹੀਂ। ਹੁਣ ਆ ਜਾਈਏ ਚਿੰਤਾ ਰੂਪੀ ਪਿਟਾਰੇ ਤੇ ਕਿ ਜਿੱਦਾਂ ਅਸੀਂ ਦੱਸ ਰਹੇ ਸੀ ਕਿ ਆਪਣੇ ਜੀਵਨ ਦਾ ਨਿਯਮ ਬਣਾਓ ਕਿ 24 ਘੰਟਿਆਂ 'ਚੋਂ ਕੁਝ ਘੰਟੇ ਮੈਂ ਚਿੰਤਾ ਦਾ ਕੀ ਰੱਖਣਾ ਹੈ? ਉਪਵਾਸ, ਵਰਤ ਰੱਖਣਾ ਹੈ। ਮੈਂ ਇੰਨੀ ਦੇਰ ਮੈਂ ਚਿੰਤਾ ਨਹੀਂ ਕਰਨੀ, ਕੁਝ ਵੀ ਹੋ ਜਾਵੇ, ਕੋਈ ਮੈਨੂੰ ਬੁਰਾ ਬੋਲੇ, ਕੁਝ ਵੀ ਹੋ ਜਾਵੇ, ਮੈਂ ਖੁਸ਼ ਰਹਿਣਾ, ਮੈਂ ਮੁਸਕਰਾਣਾ ਹੈ, ਚਾਹੇ ਕੋਈ ਨੁਕਸਾਨ ਹੁੰਦਾ ਤਾਂ ਵੀ ਕੋਈ ਗੱਲ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਬੰਦੇ ਨੂੰ ਕੀ ਹੁੰਦਾ ਹੈ ਕਿ ਜਿਹੜੀ ਟੈਨਸ਼ਨ ਹੈ ਨਾ, ਜਰਾ ਗੌਰ ਕਰਨਾ, ਟੈਨਸ਼ਨ ਸਾਡੀ ਸੋਚ ਨਾਲ ਜੁੜੀ ਹੁੰਦੀ ਹੈ, ਚਿੰਤਾ ਸਾਡੀ ਸੋਚ ਨਾਲ ਜੁੜੀ ਹੁੰਦੀ ਹੈ। ਹੁਣ ਫਰਜ਼ ਕਰੋ ਕਿਸੇ ਨੂੰ ਬਿਮਾਰੀ ਆ ਗਈ, ਬਿਮਾਰੀ ਤਾਂ ਆ ਗਈ ਸਰੀਰ ਨੂੰ, ਉਹਨੂੰ ਕਹਿਣਾ ਚਾਹੀਦਾ ਹੈ ਕੋਈ ਨਹੀਂ, ਸਰੀਰ ਹੈ, ਸਰੀਰ ਨੂੰ ਦੁੱਖ ਸੁੱਖ ਤਾਂ
ਆਂਦੇ ਹੀ ਰਹਿੰਦੇ ਹੈ, ਜੇ ਦੁੱਖ ਆਇਆ ਹੈ ਤਾਂ ਦੂਰ ਵੀ ਹੋ ਜਾਏਗਾ, ਤਾਂ ਗੱਲ ਖਤਮ ਹੋ ਗਈ। ਪਰ ਹੁਣ ਜਰਾ ਦੇਖੋ ਚਿੰਤਾ ਕਿਹਨੂੰ ਕਹਿੰਦੇ ਹੈ। ਬਿਮਾਰੀ ਆ ਗਈ ਤਾਂ ਬੰਦਾ ਕਹਿੰਦਾ ਹਾਏ ਇਹ ਬਿਮਾਰੀ ਮੈਨੂੰ ਕਿਉਂ ਆਈ ਹੈ, ਪਤਾ ਨਹੀਂ ਇਹ ਠੀਕ ਹੋਣੀ ਹੈ ਜਾਂ ਨਹੀਂ ਹੋਣੀ, ਪਤਾ ਨਹੀਂ ਇਹਦਾ ਇਲਾਜ ਹੋਣਾ ਜਾਂ ਨਹੀਂ ਹੋਣਾ, ਹੇ ਰੱਬਾ ਮੈਨੂੰ ਹੀ ਬਿਮਾਰੀ ਕਿਉਂ ਦਿੱਤੀ, ਮੈਂ ਤੇਰਾ ਕੀ ਵਿਗਾੜਿਆ ਹੈ, ਪਤਾ ਨਹੀਂ ਬਿਮਾਰੀ ਕਿੱਥੋਂ ਆ ਗਈ, ਪਤਾ ਨਹੀਂ ਕਿੱਦਾਂ ਠੀਕ ਹੋਣੀ ਹੈ, ਕਦੋਂ ਠੀਕ ਹੋਣੀ ਹੈ। ਇਹਨੂੰ ਕਹਿੰਦੇ ਖਾਵਾਂ ਖਾਂ ਦੀ ਚਿੰਤਾ। ਔਰ ਜਿੰਨੀ ਜ਼ਿਆਦਾ ਬੰਦਾ ਚਿੰਤਾ ਕਰਦਾ ਬਿਮਾਰੀ ਹੋਰ ਵੀ ਵੱਧਦੀ ਚਲੀ ਜਾਂਦੀ ਹੈ। ਤਾਂ ਜੇ ਬੰਦਾ ਸੋਚੇ ਉਹ ਮੇਰੇ ਦਰਦ ਹੈ, ਉਹ ਕੋਈ ਗੱਲ ਨਹੀਂ, ਸਰੀਰ ਹੈ, ਸਰੀਰ 'ਚ ਤਾਂ ਦਰਦਾਂ ਆਂਦੀਆਂ ਰਹਿੰਦੀਆਂ ਹੈ, ਜੇ ਆਈ ਹੈ ਤਾਂ ਚਲੀ ਵੀ ਜਾਏਗੀ, ਚਿੰਤਾ ਕਾਹਦੀ। ਤਾਂ ਤੁਸੀਂ ਦੇਖੋਗੇ ਇਦਾਂ ਦੇ ਬੰਦੇ ਦੀ ਬਿਮਾਰੀ ਠੀਕ ਵੀ ਜਲਦੀ ਹੋ ਜਾਏਗੀ। ਜਿਹੜਾ ਇਨਸਾਨ ਬਿਮਾਰੀ ਨੂੰ ਲੈ ਕੇ ਸੋਚਣ ਲੱਗ ਜਾਂਦਾ ਕਿਉਂ ਆਈ, ਕਿੱਦਾਂ ਆਈ, ਕਾਹਤੇ ਆਈ, ਇਹਦਾ ਕੋਈ ਇਲਾਜ ਹੈ ਜਾਂ ਨਹੀਂ, ਪਤਾ ਨਹੀਂ ਮੈਂ ਠੀਕ ਹੋਣਾ ਜਾਂ ਨਹੀਂ ਹੋਣਾ, ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਤਾ ਨਹੀਂ ਕਿਸੇ ਨੇ ਕੁਝ ਕਰ ਹੀ ਦਿੱਤਾ ਹੈ, ਪਤਾ ਨਹੀਂ ਕਿਸੇ ਨੇ ਜਾਦੂ ਕਰਤਾ, ਕਿਸੇ ਨੇ ਟੂਣਾ ਕਰ ਦਿੱਤਾ। ਉਹ ਕਿੰਨੀਆਂ ਸੋਚਾਂ, ਕਿਉਂਕਿ ਜਿੰਨਾ ਜ਼ਿਆਦਾ ਉਹ ਸੋਚਦੇ ਰਹਾਂਗੇ ਚਿੰਤਾ ਬਾਰੇ ਉਨੀ ਟੈਨਸ਼ਨ ਵੱਧਦੀ ਜਾਏਗੀ। ਔਰ ਜਿੰਨੀ ਟੈਨਸ਼ਨ ਵਧੇਗੀ ਬਾਡੀ ਅੰਦਰ ਕੋਰਟੀਸੋਲ ਵਧੇਗਾ, ਉਹ ਤੱਤ ਵਧੇਗੇ ਤਾਂ ਬਿਮਾਰੀ ਵੀ ਵੱਧਦੀ ਚਲੀ ਜਾਏਗੀ। ਪਰ ਜਿੰਨਾ ਅਸੀਂ ਸੋਚਾਂਗੇ ਬੁਖਾਰ ਆ ਗਿਆ, ਇਹ ਸੋਚੋ ਬੁਖਾਰ ਹੈ, ਕੋਈ ਗੱਲ ਨਹੀਂ, ਮੌਸਮ ਬਦਲਦਾ ਹੈ ਤਾਂ ਟੈਂਪਰੇਚਰ ਆ ਜਾਂਦਾ ਹੈ, ਅੱਜ ਆਇਆ ਹੈ ਤਾਂ ਕੱਲ ਨੂੰ ਚਲੇ ਵੀ ਜਾਣਾ ਹੈ, ਫਿਕਰ ਕਾਦੀ। ਬਿਮਾਰੀ ਤਾਂ ਆਈ, ਤੁਸੀਂ ਉਹਦੇ ਬਾਰੇ ਸੋਚ ਕੇ ਚਿੰਤਾ ਕਿਉਂ ਦਿਮਾਗ 'ਚ ਪਾਲ ਲੈਂਦੇ ਹੋ। ਉਹ ਚਿੰਤਾ ਤੁਹਾਨੂੰ ਜ਼ਿਆਦਾ ਬਿਮਾਰ ਕਰ ਦਿੰਦੀ ਹੈ। ਜਿਹੜੀ ਬਿਮਾਰੀ ਇੱਕ ਦਿਨ 'ਚ ਠੀਕ ਹੋ ਸਕਦੀ ਹੈ, ਉਹੀ ਬਿਮਾਰੀ ਤੁਹਾਡੀ ਚਿੰਤਾ ਕਰਨ ਦੇ ਨਾਲ ਕਈ ਦਿਨ ਚੱਲਦੀ ਹੈ, ਕਈ ਮਹੀਨੇ ਚੱਲਦੀ ਹੈ, ਔਰ ਕਈ ਵਾਰ ਤਾਂ ਠੀਕ ਵੀ ਨਹੀਂ ਹੁੰਦੀ। ਫਿਰ ਇਸ ਲਈ ਬਿਮਾਰੀ ਨੂੰ ਨਾਰਮਲ ਸਮਝੋ। ਜਿੱਦਾਂ ਬੰਦੇ ਨੂੰ ਪਤਾ ਬਰਸਾਤ ਹੈ ਤਾਂ ਕੋਈ ਗੱਲ ਨਹੀਂ, ਹਟ ਵੀ ਜਾਏਗੀ। ਪਰ ਕਈ ਵਾਰ ਤੁਸੀਂ ਦੇਖੋ ਮੌਸਮ ਨੂੰ ਲੈ ਕੇ ਵੀ ਬੰਦਾ ਚਿੰਤਾ ਕਰਨ ਲੱਗ ਜਾਂਦਾ, ਹਾਏ ਬਰਸਾਤ ਕਿਉਂ ਆ ਗਈ, ਅੱਗੇ ਕਿਹੜੀ ਠੰਡ ਘੱਟ ਹੈ, ਹੇ ਰੱਬਾ ਹੁਣ ਬਰਸਾਤ ਵੀ ਪਾ ਦਿੱਤੀ, ਹੁਣ ਇਹ ਬਰਸਾਤ ਕਈ ਬਿਮਾਰੀਆਂ ਲੈ ਕੇ ਆਏਗੀ, ਕਈਆਂ ਨੂੰ ਬਿਮਾਰ ਕਰੇਗੀ, ਕਈਆਂ ਦੇ ਘਰ ਖਰਾਬ ਹੋਣਗੇ। ਇਦਾਂ ਦੀਆਂ ਟੈਨਸ਼ਨਾਂ ਸੋਚ ਕੇ ਬੰਦਾ ਐਵੇਂ ਦੁਖੀ ਹੁੰਦਾ ਰਹਿੰਦਾ ਹੈ। ਜ਼ਰਾ ਸੋਚੋ, ਛੋਟੀਆਂ ਚੀਜ਼ਾਂ ਬਾਰੇ ਸੋਚ ਕੇ ਬੰਦਾ, ਤਾਂ ਹੀ ਤਾਂ ਕੋਈ ਨਿਊਜ਼ ਦੇਖੇਗਾ, ਨਿਊਜ਼ 'ਚ ਕਿਤੇ ਖਬਰ ਪੜ੍ਹ ਲਈ ਉਹ ਫਲਾਣੇ ਦਾ ਘਰ ਲੁੱਟਿਆ ਗਿਆ, ਹਾਏ ਉਹਦਾ ਘਰ ਲੁੱਟ ਗਿਆ, ਕਿਤੇ ਮੇਰਾ ਨਾ ਲੁੱਟ ਹੋ ਜਾਵੇ, ਕਿਤੇ ਮੇਰੇ ਘਰ ਨਾ ਚੋਰੀ ਹੋ ਜਾਣ, ਕਿਤੇ ਮੇਰੇ ਘਰ ਨਾ ਚੋਰ ਆ ਜਾਣ। ਕਮਾਲ ਦੀ ਗੱਲ ਆ, ਹਜ਼ਾਰਾਂ ਮੀਲ ਦੂਰ ਯੂਪੀ ਬਿਹਾਰ 'ਚ ਗੱਲ ਹੋਈ ਹੈ ਤਾਂ ਤੂੰ ਇੱਥੇ ਪੰਜਾਬ 'ਚ ਲਿਆਈ ਜਾ। ਇਹਨੂੰ ਕਹਿੰਦੇ ਟੈਨਸ਼ਨ, ਇਹਨੂੰ ਕਹਿੰਦੇ ਚਿੰਤਾ। ਸੋ ਚਿੰਤਾਵਾਂ ਛੱਡੋ, ਆਪਣੇ ਰੱਬ ਤੇ ਵਿਸ਼ਵਾਸ ਕਰੋ ਕਿ ਉੱਥੇ ਹੋ ਗਿਆ ਪਰ ਮੇਰਾ ਰੱਬ ਮੇਰੇ ਨਾਲ ਹੈ, ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਜੇ ਮੇਰੇ ਮਾਲਿਕ ਦਾ ਹੱਥ ਮੇਰੇ ਸਿਰ ਤੇ ਹੈ ਤਾਂ ਮੇਰਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਵਿਸ਼ਵਾਸ। ਇਸ ਲਈ ਚਿੰਤਾਵਾਂ ਨੂੰ ਪਟਾਰੇ 'ਚ ਬੰਦ ਕਰੋ। ਅਗਰ ਲੰਬੀ ਉਮਰ ਜੀਣਾ ਹੈ, ਅਗਰ ਖੁਸ਼ੀਆਂ ਨਾਲ ਜ਼ਿੰਦਗੀ ਜੀਣੀ ਹੈ ਤਾਂ ਅੱਜ ਤੋਂ ਇਹ ਆਪਣੇ ਆਪ ਨਾਲ ਫੈਸਲਾ ਕਰ ਲਓ ਕਿ ਕੱਲ ਸਵੇਰ ਤੋਂ ਮੈਂ ਕਰਵਾ ਚੌਥ ਦੇ ਵਰਤ ਤਾਂ ਬਹੁਤ ਰੱਖ ਲਏ, ਤੁਹਾਨੂੰ ਕਹਿ ਰਹੇ ਹਾਂ ਹੁਣ ਇਹ ਕਰਵਾ ਚੌਥ ਦੇ ਵਰਤ ਛੱਡੀਏ, ਕਿਉਂਕਿ ਇਹਨਾਂ ਵਰਤਾਂ ਨਾਲ ਕੁਝ ਨਹੀਂ ਹੋਣਾ। ਜੇ ਬੰਦਾ ਸੋਚੇ ਕਰਵਾ ਚੌਥ ਦਾ ਵਰਤ ਰੱਖ ਕੇ ਪਤੀ ਦੀ ਉਮਰ ਲੰਬੀ ਹੋ ਜਾਣੀ ਹੈ ਤਾਂ ਇੱਕ ਗੱਲ ਕਵਾਂਗੇ, ਚਿੰਤਾ ਨਾ ਕਰਨ ਦਾ ਔਰ ਨਾ ਦੇਣ ਦਾ ਵਰਤ ਰੱਖ ਲਓ, ਤੁਹਾਡੀ ਉਮਰ ਵੀ ਲੰਬੀ ਹੋਏਗੀ, ਪਤੀ ਦੀ ਉਮਰ ਵੀ ਲੰਬੀ ਹੋ ਜਾਏਗੀ। ਜ਼ਰਾ ਗੌਰ ਕਰਨਾ। ਹੁਣ ਪਤੀ ਵਾਸਤੇ ਵਰਤ ਦਾ ਰੱਖ ਲਿਆ ਪਰ 100 ਟੈਨਸ਼ਨਾਂ ਪਤੀ ਨੂੰ ਦੇ ਦੇਣੀਆਂ। ਆ ਸ਼ਾਮ ਤੱਕ ਮੈਨੂੰ ਨਵੇਂ ਸੂਟ ਚਾਹੀਦੇ ਆ, ਆਹ ਗਹਿਣਾ ਵੀ ਮੈਨੂੰ ਚਾਹੀਦਾ, ਤੁਹਾਡੇ ਨਾਂ ਦਾ ਵਰਤ ਰੱਖਿਆ ਹੈ। ਹੁਣ ਪਤੀ ਨੇ ਸੋਚ ਕੇ ਕਿੱਥੋਂ ਲਿਆਵਾਂ, ਕਿੰਨਾ ਕਰਜ਼ਾ ਚੱਕਾਂ, ਸੋਚ ਕੇ ਜਿਹੜੀ ਉਮਰ 100 ਸਾਲ ਦੀ ਹੋਣੀ 50 ਸਾਲ ਦੀ ਰਹਿ ਜਾਣੀ ਹੈ। ਕਾਹਦੇ ਵਾਸਤੇ ਵਰਤ ਰੱਖਿਆ ਸੀ? ਕਿ ਤੁਹਾਡੀ ਲੰਬੀ ਉਮਰ ਵਾਸਤੇ। ਹੁਣ ਜ਼ਰਾ ਦੱਸੋ, ਟੈਨਸ਼ਨ ਨਾਲ ਉਮਰ ਲੰਬੀ ਹੁੰਦੀ ਹੈ ਜਾਂ ਘਟਦੀ ਹੈ? ਜਵਾਬ ਦਿਓ ਸਾਨੂੰ। ਹੁਣ ਜਦੋਂ ਅਸੀਂ ਵਰਤ ਰੱਖਾਂਗੇ ਕਿ ਮੈਂ ਟੈਨਸ਼ਨ ਨਹੀਂ ਲੈਣੀ ਤਾਂ ਨਾ ਹੀ ਟੈਨਸ਼ਨ ਦੇਣੀ ਹੈ, ਇਹ ਵਰਤ ਰੱਖ ਲਿਆ ਮੈਂ ਕਿ ਆਹ 2 ਘੰਟੇ ਜਾਂ ਆਹ 1 ਘੰਟਾ ਮੈਂ ਨਾ ਟੈਨਸ਼ਨ ਲੈਣੀ ਹੈ ਤਾਂ ਨਾ ਹੀ ਕੋਈ ਐਸਾ ਕੰਮ ਕਰਨਾ ਦੂਜੇ ਨੂੰ ਟੈਨਸ਼ਨ ਦੇਣੀ ਹੈ। ਕਿਉਂਕਿ ਨਹੀਂ ਤਾਂ ਇਹ ਤਾਂ ਹੋ ਸਕਦਾ ਮੈਂ ਟੈਨਸ਼ਨ ਨਹੀਂ ਲੈਣੀ ਪਰ ਕੰਮ ਇਦਾਂ ਦੇ ਕਰਾਂ ਦੂਜਾ ਟੈਨਸ਼ਨ ਨਾ ਮਰ ਜਾਵੇ। ਜਿੱਦਾਂ ਹੁਣ ਫਰਜ਼ ਕਰੋ ਪਤਨੀ ਨੇ ਵਰਤ ਰੱਖ ਲਿਆ 1 ਘੰਟਾ ਮੈਂ ਟੈਨਸ਼ਨ ਨਹੀਂ ਲੈਣੀ, ਪਤੀ ਭੁੱਖਾ ਆਵੇ ਆਪੇ ਰੋਟੀ ਬਣਾਓ ਜੀ, ਮੈਂ ਤਾਂ ਟੈਨਸ਼ਨ ਫਰੀ ਵਰਤ ਰੱਖ ਰਿਹਾ ਕਿ ਰੋਟੀ ਬਣਾਉਣ ਦੀ ਟੈਨਸ਼ਨ ਨਹੀਂ ਮੈਂ ਲੈਣੀ, ਪਾਣੀ ਪਿਲਾਉਣ ਦੀ ਟੈਨਸ਼ਨ ਨਹੀਂ ਮੈਂ ਲੈਣੀ, ਬੱਚਿਆਂ ਨੂੰ ਪੜ੍ਹਾਉਣ ਦੀ ਟੈਨਸ਼ਨ ਨਹੀਂ ਲੈਣੀ। ਇਹ ਸਾਰੀਆਂ ਟੈਨਸ਼ਨਾਂ ਹੁਣ ਤੁਹਾਡੀਆਂ, ਮੈਂ ਤਾਂ 1 ਘੰਟੇ ਵਾਸਤੇ ਵਰਤ ਰੱਖ ਲਿਆ ਤਾਂ ਉਹ ਵੀ ਫਿਰ ਤੁਸੀਂ ਤਾਂ 1 ਘੰਟਾ ਟੈਨਸ਼ਨ ਫਰੀ ਹੋ ਗਏ ਤਾਂ ਉਹਦੇ ਸਿਰ 100 ਟੈਨਸ਼ਨਾਂ ਪਾਤੀਆਂ। ਹੁਣ ਵਰਤ ਰੱਖਣਾ ਹੈ, ਨਾ ਮੈਂ ਇੰਨੀ ਦੇਰ ਟੈਨਸ਼ਨ ਲੈਣੀ ਹੈ ਤਾਂ ਨਾ ਮੈਂ ਕੋਈ ਇਦਾਂ ਦਾ ਕੰਮ ਕਰਨਾ ਦੂਜੇ ਨੂੰ ਕੋਈ ਟੈਨਸ਼ਨ ਦੇਣੀ ਹੈ। ਤਾਂ ਜੇ 1 ਘੰਟਾ ਗੁਜ਼ਰ ਸਕਦਾ ਹੈ ਤਾਂ ਫਿਰ ਕਹਾਂਗੇ ਫਿਰ 2 ਘੰਟੇ ਦਾ ਵਰਤ ਰੱਖੋ। ਜੇ 2 ਘੰਟੇ ਤੇ ਕਾਮਯਾਬ ਹੋ ਗਏ ਫਿਰ 4 ਘੰਟੇ ਦਾ ਰੱਖੋ, ਯਾਨੀ ਟਾਈਮ ਵਧਾਉਂਦੇ ਚਲੇ ਜਾਓ ਔਰ ਇੰਨਾ ਟਾਈਮ ਵਧਾਉਂਦੇ ਚਲੇ ਜਾਓ ਕਿ ਇੱਕ ਉਹ ਸਮਾਂ ਆ ਜਾਵੇ ਕਿ ਮੈਂ ਪੂਰੀ ਉਮਰ ਵਾਸਤੇ ਟੈਨਸ਼ਨ ਫਰੀ ਹੋਣ ਦਾ, ਟੈਨਸ਼ਨ ਫਰੀ ਰਹਿਣ ਦਾ
ਵਰਤ ਰੱਖ ਸਕਾਂ। ਸਮਝ ਆ ਗਈ ਕਿ ਨਹੀਂ? ਯਾਨੀ ਇਹ ਜਿਹੜਾ ਯਮਰਾਜ ਨੇ ਪਿਟਾਰੇ ਚੋਂ ਚਿੰਤਾ ਰੂਪੀ ਸੱਪ ਕੱਢਿਆ ਸੀ ਨਾ, ਇਹਨੂੰ ਇਦਾਂ ਦਾ ਬੰਦ ਕਰ ਦਿਓ ਕਿ ਯਮਰਾਜ ਵੀ ਦੇਖੇ ਆਹ ਬੰਦਾ ਆ ਭਾਈ, ਜਿਹਨੇ ਵਾਕਈ ਚਿੰਤਾਵਾਂ ਦੇ ਸੱਪ ਨੂੰ ਵਾਪਸ ਪਿਟਾਰੇ 'ਚ ਬੰਦ ਕਰ ਦਿੱਤਾ। ਇਸ ਲਈ ਚਿੰਤਾ ਦੇ ਸੱਪ ਨੂੰ ਪਿਟਾਰੇ 'ਚ ਬੰਦ ਕਰਨ ਵਾਸਤੇ ਚਿੰਤਨ ਕਰੋ। ਚਿੰਤਨ ਦਾ ਮਤਲਬ ਹੁੰਦਾ ਆਪਣੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੀਏ, ਆਪਣੇ ਪ੍ਰਮਾਤਮਾ ਨੂੰ ਯਾਦ ਕਰੀਏ, ਆਪਣੇ ਮਾਲਿਕ ਦਾ ਨਾਮ ਲਈਏ। ਔਰ ਇਸ ਤਰ੍ਹਾਂ ਪ੍ਰਾਰਥਨਾ ਕਰੋ ਜਿੱਦਾਂ ਇੱਕ ਬੱਚੇ ਦੀ ਪ੍ਰਾਰਥਨਾ ਇੱਥੇ ਥੋੜੀ ਜਿਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇੱਕ ਬੱਚਾ ਜਦੋਂ ਉਹਨੇ ਦੇਖਿਆ ਆਪਣੇ ਮਾਤਾ ਪਿਤਾ ਨੂੰ, ਜਦੋਂ ਥੋੜਾ ਸਮਝਦਾਰ ਹੋਇਆ, ਉਹ 7-8 ਸਾਲ ਦੀ ਉਹਦੀ ਉਮਰ ਹੋਈ, ਤਾਂ ਉਹਨੇ ਦੇਖਿਆ ਮਾਤਾ ਪਿਤਾ ਨੂੰ ਪ੍ਰਾਰਥਨਾ ਕਰਦੇ ਆ ਕਿ ਮਾਤਾ ਪਿਤਾ ਹੱਥ ਜੋੜ ਕੇ ਭਗਵਾਨ ਦੇ ਅੱਗੇ ਪ੍ਰਾਰਥਨਾ ਕਰ ਰਹੇ ਹੈ। ਤਾਂ ਉਸ ਵੇਲੇ ਬੱਚੇ ਨੇ ਮਾਂ ਬਾਪ ਨੂੰ ਬਾਅਦ ਚੋਂ ਪੁੱਛਿਆ ਕਿ ਮੰਮੀ ਕੀ ਕਰ ਰਹੇ ਸੀ ਤੁਸੀਂ? ਤਾਂ ਮਾਂ ਨੇ ਕਿਹਾ ਬੇਟਾ ਅਸੀਂ ਭਗਵਾਨ ਅੱਗੇ ਪ੍ਰਾਰਥਨਾ ਕਰ ਰਹੇ ਸੀ। ਉਹ ਕਹਿੰਦੇ ਪ੍ਰਾਰਥਨਾ ਕੀ ਹੁੰਦੀ ਹੈ? ਤਾਂ ਉਸਲੇ ਮਾਂ ਬਾਪ ਨੇ ਦੱਸਿਆ ਕਿ ਬੇਟਾ ਪ੍ਰਾਰਥਨਾ ਹੁੰਦੀ ਹੈ ਕਿ ਅਸੀਂ ਆਪਣੇ ਵਾਸਤੇ ਭਗਵਾਨ ਤੋਂ ਮੰਗ ਰਹੇ ਸੀ ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ ਹੈ, ਜੋ ਵੀ ਜੀਵਨ 'ਚ ਸਾਨੂੰ ਲੋੜ ਹੈ, ਜਦੋਂ ਭਗਵਾਨ ਕੋਲੋਂ ਮੰਗੀਏ ਤਾਂ ਭਗਵਾਨ ਸਾਨੂੰ ਜ਼ਰੂਰ ਦਿੰਦਾ ਹੈ। ਇਸ ਲਈ ਜਦੋਂ ਭਗਵਾਨ ਕੋਲੋਂ ਮੰਗਦੇ ਆ, ਉਹ ਮਾਲਿਕ ਪਰਮਾਤਮਾ ਕੋਲੋਂ ਮੰਗਦੇ ਆ, ਉਹਨੂੰ ਪ੍ਰਾਰਥਨਾ ਕਹਿ ਦਿੱਤਾ ਜਾਂਦਾ ਹੈ। ਇਸ ਲਈ ਬੇਟਾ ਹੁਣ ਤੂੰ ਵੀ ਸਮਝਦਾਰ ਹੋ ਗਿਆ ਆ, ਸਕੂਲ ਵੀ ਜਾਣ ਲੱਗ ਗਿਆ ਆ, ਹੁਣ ਤੂੰ ਵੀ ਪ੍ਰਾਰਥਨਾ ਕਰਿਆ ਕਰ। ਹੁਣ ਜ਼ਰਾ ਗੌਰ ਕਰਨਾ, ਹੁਣ ਬੱਚੇ ਨੇ ਵੀ ਮਾਂ-ਬਾਪ ਦੀ ਗੱਲ ਸੁਣੀ ਤਾਂ ਬੱਚੇ ਨੇ ਵੀ ਹੱਥ ਜੋੜੇ, ਔਰ ਮਾਂ-ਬਾਪ ਦੇਖ ਰਹੇ ਕਿ ਬੱਚਾ ਕੀ ਪ੍ਰਾਰਥਨਾ ਕਰਦਾ ਹੈ, ਬੱਚਾ ਕੀ ਮੰਗਦਾ ਹੈ। ਤਾਂ ਹੁਣ ਜ਼ਰਾ ਧਿਆਨ ਦੇਣਾ ਬੱਚੇ ਨੇ ਕਿਹੜੀ ਪ੍ਰਾਰਥਨਾ ਕੀਤੀ। ਬੱਚੇ ਨੇ ਪ੍ਰਾਰਥਨਾ ਕੀਤੀ ਕਾ ਖਾ ਗਾ ਘਾ, ਯਾਨੀ ਪੂਰੀ ਵਰਨਮਾਲਾ ਜੋ ਵੀ ਹਿੰਦੀ ਦੀ ਹੁੰਦੀ ਹੈ ਉਹਨਾਂ ਪੂਰੀ ਪੜ੍ਹ ਦਿੱਤੀ, ਯਾਨੀ ਕਾ ਖਾ ਐਂਡ ਤੱਕ ਪੂਰਾ ਪੜ੍ਹਨ ਤੋਂ ਬਾਅਦ ਮਾਂ-ਬਾਪ ਦੇਖ ਰਹੇ ਇਹ ਕੋਈ ਸਕੂਲ ਹੈ? ਕਿਉਂਕਿ ਟੀਚਰਾਂ ਨੂੰ ਹਮੇਸ਼ਾ ਕਾ ਖਾ ਸਿਖਾਈ ਜਾਂਦੀ ਹੈ, ABC ਸਿਖਾਈ ਜਾਂਦੀ ਹੈ, ਯਾਨੀ ਸੁਣਾਈ ਜਾਂਦੀ ਹੈ। ਇਹ ਭਗਵਾਨ ਨੂੰ ਕਿਉਂ ਸੁਣਾ ਰਿਹਾ ਹੈ? ਉਸ ਪਰਮਾਤਮਾ ਨੂੰ ਕਿਉਂ ਸੁਣਾ ਰਿਹਾ ਕਾ ਖਾ? ਹੁਣ ਜਦੋਂ ਉਹਨੇ ਕਾ ਖਾ ਪੂਰੀ ਸੁਣਾਈ, ਫਿਰ ਹੱਥ ਜੋੜ ਕੇ ਕਹਿਣ ਲੱਗਾ ਹੇ ਮੇਰੇ ਮਾਲਿਕ, ਹੇ ਪ੍ਰਮਾਤਮਾ, ਮੈਂ ਬੱਚਾ ਆ, ਹਾਲੇ ਤੱਕ ਮੈਨੂੰ ਨਹੀਂ ਪਤਾ ਮੇਰੇ ਵਾਸਤੇ ਕੀ ਠੀਕ ਹੈ। ਮੈਂ ਪੂਰਾ ਕਾ ਖਾ ਤੈਨੂੰ ਸੁਣਾ ਦਿੱਤਾ, ਹੁਣ ਸਾਰੇ ਅੱਖਰ ਤੇਰੇ ਕੋਲ ਹੈ, ਹੁਣ ਜੋ ਮੇਰੇ ਵਾਸਤੇ ਚੰਗਾ ਹੈ ਨਾ ਅੱਖਰਾਂ ਨੂੰ ਜੋੜ ਕੇ ਉਹੀ ਪ੍ਰਾਰਥਨਾ ਬਣਾ ਦੇ ਔਰ ਉਹ ਮੈਨੂੰ ਦੇ ਦੇ। ਕਹਿੰਦੇ ਜਦੋਂ ਇਹ ਗੱਲ ਕਹੀ ਬੱਚੇ ਨੇ ਤਾਂ ਉਧਰ ਭਗਵਾਨ, ਉਹ ਪਰਮਾਤਮਾ, ਉਹ ਪ੍ਰਭੂ ਆਪਣੇ ਦੇਵਦੂਤਾਂ ਨੂੰ, ਆਪਣੇ ਫਰਿਸ਼ਤਿਆਂ ਨੂੰ ਕਹਿਣ ਲੱਗਾ ਕਿ ਪ੍ਰਾਰਥਨਾ ਤਾਂ ਲੱਖਾਂ ਹੀ ਮੇਰੇ ਕੋਲ ਆਈਆਂ, ਪਰ ਅੱਜ ਦੀ ਪ੍ਰਾਰਥਨਾ ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਲੱਗੀ, ਕਿਉਂਕਿ ਅੱਜ ਦੀ ਪ੍ਰਾਰਥਨਾ ਉਹ ਹੈ ਜਿਹਦੇ 'ਚ ਮੈਨੂੰ ਮੌਕਾ ਦਿੱਤਾ ਗਿਆ ਕਿ ਮੈਂ ਕੀ ਦੇਣਾ ਹੈ। ਨਹੀਂ ਤਾਂ ਹਰ ਵੇਲੇ ਬੰਦਾ ਆਪਣੀ ਇੱਛਾ ਦੱਸਦਾ ਕਿ ਰੱਬਾ ਮੇਰੀ ਆਹ ਇੱਛਾ ਪੂਰੀ ਕਰ ਦੇ, ਮੈਨੂੰ ਆਹ ਦੇ ਦੇ। ਕਦੀ ਇਹ ਗੱਲ ਨਹੀਂ ਕਹਿੰਦਾ ਕਿ ਰੱਬਾ ਜੋ ਮੇਰੇ ਵਾਸਤੇ ਤੈਨੂੰ ਚੰਗਾ ਲੱਗੇ ਉਹ ਮੈਨੂੰ ਦੇ, ਕਿਉਂਕਿ ਜੋ ਤੇਰੀ ਰਜ਼ਾ ਹੋਵੇ, ਜੋ ਤੇਰੀ ਮਰਜ਼ੀ ਹੋਵੇ ਉਹ ਮੈਨੂੰ ਦੇ। ਅੱਜ ਤੱਕ ਕੋਈ ਨਹੀਂ ਇਹ ਕਹਿੰਦਾ, ਅੱਜ ਤੱਕ ਬੰਦਾ ਇਹੀ ਕਹਿੰਦਾ ਰੱਬਾ ਮੈਨੂੰ ਆਹ ਚੰਗਾ ਲੱਗਦਾ, ਮੈਨੂੰ ਇਹ ਦੇ, ਮੈਨੂੰ ਆਹ ਚਾਹੀਦਾ, ਮੈਨੂੰ ਦੇ, ਯਾਨੀ ਆਪਣੀ ਮਰਜ਼ੀ ਪੂਰੀ ਕਰਵਾਉਂਦਾ ਹੈ। ਪਰ ਇਹ ਪਹਿਲੀ ਵਾਰ ਪ੍ਰਾਰਥਨਾ ਆਈ ਹੈ ਕਿ ਬੱਚੇ ਨੇ ਕਿਹਾ ਹੈ ਭਗਵਾਨ ਮੈਂ ਸਾਰੇ ਅਕਸ਼ਰ ਤੇਰੇ ਮੂਹਰੇ ਰੱਖ ਦਿੱਤੇ ਹੈ, ਹੁਣ ਇਹਨਾਂ ਨੂੰ ਜੋੜ ਕੇ ਜੋ ਮੇਰੇ ਵਾਸਤੇ ਚੰਗਾ ਹੈ ਉਹ ਪ੍ਰਾਰਥਨਾ ਬਣਾ ਕੇ ਮੈਨੂੰ ਦੇ ਦੇ। ਇਹਦੇ 'ਚ ਮਰਜ਼ੀ ਕਿਹਦੀ ਆਈ ਫਿਰ? ਭਗਵਾਨ ਦੀ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕੋਈ ਬੱਚਾ ਕਹੇ ਮੰਮੀ ਅੱਜ ਮੇਰਾ ਆਹ ਸਬਜ਼ੀ ਖਾਣ ਨੂੰ ਦਿਲ ਕਰਦਾ ਹੈ, ਇਹ ਦੇ, ਉਹ ਤਾਂ ਬੱਚੇ ਦੀ ਮਰਜ਼ੀ ਹੋ ਗਈ। ਪਰ ਇੱਕ ਹੁੰਦਾ ਮੰਮੀ ਅੱਜ ਜੋ ਤੇਰਾ ਦਿਲ ਕਰਦਾ ਹੈ ਬਣਾ ਕੇ ਮੈਨੂੰ ਖਿਲਾ ਦੇ, ਤਾਂ ਹੁਣ ਮਾਂ ਉਹੀ ਬਣਾਏਗੀ ਜੋ ਬੱਚੇ ਦੀ ਸਿਹਤ ਵਾਸਤੇ ਚੰਗਾ ਹੋਏਗਾ, ਕਿਉਂਕਿ ਮਾਂ ਨੂੰ ਪਿਆਰ ਹੈ ਬੱਚੇ ਨਾਲ। ਇਸ ਤਰ੍ਹਾਂ ਆਪਣੀਆਂ ਪ੍ਰਾਰਥਨਾਵਾਂ ਨੂੰ ਚੈੱਕ ਕਰੋ ਕਿ ਅਸੀਂ ਪ੍ਰਾਰਥਨਾਵਾਂ ਕਿਹੜੀਆਂ ਕਰਦੇ ਆ। ਕਦੀ ਅਸੀਂ ਵੀ ਪ੍ਰਮਾਤਮਾ ਨੂੰ ਕਹਿੰਦੇ ਆ, ਭਗਵਾਨ ਨੂੰ ਕਹਿੰਦੇ ਕਿ ਹੇ ਭਗਵਾਨ ਜੋ ਤੈਨੂੰ ਠੀਕ ਲੱਗੇ ਉਹ ਮੈਨੂੰ ਦੇ, ਉਹ ਮੇਰੀ ਝੋਲੀ ਪਾ ਦੇ, ਕਿਉਂਕਿ ਉਹੀ ਮੇਰੇ ਵਾਸਤੇ ਅੱਛਾ ਹੈ। ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰਨ ਦਾ ਢੰਗ ਸਿੱਖ ਲਓ। ਔਰ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਕਿ ਪ੍ਰਾਰਥਨਾ ਕਰਨ ਦੇ ਨਾਲ, ਅਰਦਾਸ ਕਰਨ ਦੇ ਨਾਲ, ਦੁਆ ਕਰਨ ਦੇ ਨਾਲ ਇਨਸਾਨ ਦਾ ਕਨੈਕਸ਼ਨ ਪ੍ਰਭੂ ਨਾਲ ਜੁੜਦਾ ਹੈ ਤੇ ਇਨਸਾਨ ਦੇ ਜੀਵਨ ਦੀਆਂ ਪਰੇਸ਼ਾਨੀਆਂ, ਚਿੰਤਾਵਾਂ, ਤਕਲੀਫਾਂ, ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਹੈ। ਪਰ ਜਦ ਵੀ ਪ੍ਰਾਰਥਨਾ ਕੀਤੀ ਜਾਵੇ ਪ੍ਰੇਮ ਔਰ ਵਿਸ਼ਵਾਸ ਦੇ ਨਾਲ ਕੀਤੀ ਜਾਵੇ ਕਿ ਮੈਨੂੰ ਯਕੀਨ ਹੈ ਕਿ ਜੋ ਮੈਂ ਆਪਣੇ ਮਾਲਿਕ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਮੈਨੂੰ ਵਿਸ਼ਵਾਸ ਹੈ ਕਿ ਬੇਨਤੀ ਪੂਰੀ ਵੀ ਜ਼ਰੂਰ ਹੋਏਗੀ, ਇਹ ਬੇਨਤੀ ਪੂਰੀ ਵੀ ਜ਼ਰੂਰ ਹੋਏਗੀ।